ਚਲੋ ਅੱਜ ਇੱਕ ਸਫ਼ਰ ਤੇ ਚੱਲਦੇ ਹਾਂ ਇੱਕ ਅਜਿਹੀ ਨਿੱਕੀ ਜਿਹੀ ਦੁਨੀਆ ਦੇ ਅੰਦਰ ਜਿਸ ਤੋਂ ਸਾਰੀ ਕਾਇਨਾਤ ਬਣੀ ਹੈ। ਹਾਂ, ਆਪਾਂ ਗੱਲ ਕਰ ਰਹੇ ਹਾਂ ਐਟਮ ਦੀ। ਆਓ ਪਰਤ ਦਰ ਪਰਤ ਖੋਲੀਏ ਕਿ ਇਸ ਛੋਟੇ ਜਿਹੇ ਕਣ ਦੇ ਅੰਦਰ ਆਖਰ ਕੀ ਲੁਕਿਆ ਹੋਇਆ ਹੈ। ਇਹ ਤੁਸੀਂ ਕਹਿ ਸਕਦੇ ਹੋ ਇੱਕ ਅਜਿਹਾ ਭੇਤ ਹੈ ਜਿਸ ਨੇ ਸਦੀਆਂ ਤੋਂ ਵਿਗਿਆਨੀਆਂ ਨੂੰ ਉਲਝਾ ਕੇ ਰੱਖਿਆ ਹੋਇਆ ਸੀ। ਪਰ ਇੱਥੇ ਇੱਕ ਬੜਾ ਹੀ ਹੈਰਾਨ ਕਰਨ ਵਾਲਾ ਸਵਾਲ ਖੜਾ ਹੁੰਦਾ ਹੈ। ਜੇ ਉਹ ਸਭ ਕੁਝ ਜਿਸ ਨੂੰ ਆਪਾਂ ਛੂ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ, ਉਹ ਐਟਮਾਂ ਦਾ ਬਣਿਆ ਹੋਇਆ ਹੈ, ਤੇ ਇਹ ਐਟਮ ਤੁਸੀਂ ਮੰਨੋਗੇ ਨਹੀਂ ਲਗਭਗ ਪੂਰੀ ਤਰ੍ਹਾਂ ਖਾਲੀ ਨੇ, ਤਾਂ ਫਿਰ ਇਹ ਠੋਸ ਹੋਣ ਦਾ ਅਹਿਸਾਸ ਆਖਿਰ ਆਉਂਦਾ ਕਿੱਥੋਂ ਹੈ? ਇਸੇ ਸਵਾਲ ਦੇ ਜਵਾਬ ਲਈ ਆਓ ਐਟਮ ਦੀ ਇਸ ਜਾਸੂਸੀ ਕਹਾਣੀ ਨੂੰ ਸ਼ੁਰੂ ਤੋਂ ਸ਼ੁਰੂ ਕਰੀਏ। ਵੇਖੋ, ਸਦੀਆਂ ਤੱਕ ਤਾਂ ਇਹੀ ਮੰਨਿਆ ਜਾਂਦਾ ਸੀ ਕਿ ਐਟਮ ਸਭ ਤੋਂ ਛੋਟੀ, ਅਣਵੰਡੀ ਚੀਜ਼ ਹੈ। ਇਸ ਦਾ ਨਾਂ ਐਟਮ ਦਾ ਮਤਲਬ ਵੀ ਇਹੀ ਹੈ, ਜਿਸ ਨੂੰ ਤੋੜਿਆ ਨਾ ਜਾ ਸਕੇ। ਪਰ ਵਿਗਿਆਨ ਇੱਕ ਬਹੁਤ ਵੱਡਾ ਧਮਾਕਾ ਕਰਨ ਵਾਲਾ ਸੀ, ਇੱਕ ਅਜਿਹੀ ਖੋਜ ਜਿਸ ਨੇ ਸਭ ਕੁਝ ਬਦਲ ਕੇ ਰੱਖ ਦੇਣਾ ਸੀ। ਫਿਰ ਪਤਾ ਲੱਗਾ ਕਿ ਐਟਮ ਇਕੱਲਾ ਨਹੀਂ, ਇਸ ਦੇ ਅੰਦਰ ਤਾਂ ਇੱਕ ਪੂਰਾ ਪਰਿਵਾਰ ਵਸਦਾ ਹੈ। ਇਸ ਪਰਿਵਾਰ ਦੇ 3 ਮੁੱਖ ਮੈਂਬਰ ਨੇ। ਪਹਿਲਾ ਹੈ ਇਲੈਕਟ੍ਰੌਨ, ਜਿਸ ਤੇ ਨੈਗੇਟਿਵ ਚਾਰਜ ਹੁੰਦਾ ਹੈ ਤੇ ਇਹ ਬਾਹਰ ਘੁੰਮਦਾ ਰਹਿੰਦਾ ਹੈ। ਫਿਰ ਆਉਂਦਾ ਹੈ ਪ੍ਰੋਟੌਨ, ਜਿਸ ਤੇ ਪੋਜ਼ਿਟਿਵ ਚਾਰਜ ਹੁੰਦਾ ਹੈ, ਅਤੇ ਤੀਜਾ ਹੈ ਨਿਊਟ੍ਰੌਨ, ਬਿਲਕੁਲ ਨਿਊਟਰਲ, ਜਿਸ ਤੇ ਕੋਈ ਚਾਰਜ ਨਹੀਂ ਹੁੰਦਾ। ਇਹ ਦੋਵੇਂ ਪ੍ਰੋਟੌਨ ਤੇ ਨਿਊਟ੍ਰੌਨ ਐਟਮ ਦੇ ਬਿਲਕੁਲ ਦਿਲ ਵਿੱਚ, ਯਾਨੀ ਨਿਊਕਲੀਅਸ ਵਿੱਚ ਇਕੱਠੇ ਰਹਿੰਦੇ ਨੇ। ਖੈਰ, ਜਦੋਂ ਇਹ ਕਣ ਲੱਭ ਗਏ ਤਾਂ ਅਗਲਾ ਵੱਡਾ ਸਵਾਲ ਸੀ ਕਿ ਭਾਈ ਇਹ ਸਾਰੇ ਇੱਕ ਐਟਮ ਦੇ ਅੰਦਰ ਇਕੱਠੇ ਰਹਿੰਦੇ ਕਿਵੇਂ ਨੇ? ਇਹਨਾਂ ਦੀ ਸੈਟਿੰਗ ਕੀ ਹੈ? ਇਸ ਬੁਝਾਰਤ ਨੂੰ ਬੁੱਝਣ ਦੀ ਸਭ ਤੋਂ ਪਹਿਲੀ ਕੋਸ਼ਿਸ਼ ਕੀਤੀ ਜੇ ਥੌਮਸਨ ਨੇ। ਇਸ ਨੂੰ ਸਮਝਣ ਦਾ ਸਭ ਤੋਂ ਸੌਖਾ ਤਰੀਕਾ ਹੈ ਇੱਕ ਤਰਬੂਜ। ਜ਼ਰਾ ਸੋਚੋ ਕਿ ਤਰਬੂਜ ਦਾ ਸਾਰਾ ਲਾਲ ਹਿੱਸਾ ਪੋਜ਼ਿਟਿਵ ਚਾਰਜ ਹੈ ਅਤੇ ਉਸ ਅੰਦਰ ਜਿਹੜੇ ਕਾਲੇ ਬੀਜ ਖਿੰਡੇ ਹੋਏ ਨੇ ਉਹ ਨੈਗੇਟਿਵ ਚਾਰਜ ਵਾਲੇ ਇਲੈਕਟ੍ਰੌਨ ਹਨ। ਦੇਖੋ, ਇਸ ਮਾਡਲ ਦੀ ਇੱਕ ਗੱਲ ਬਹੁਤ ਵਧੀਆ ਸੀ। ਇਸ ਨੇ ਇਹ ਤਾਂ ਸਮਝਾ ਦਿੱਤਾ ਕਿ ਐਟਮ ਨਿਊਟਰਲ ਕਿਉਂ ਨੇ, ਕਿਉਂਕਿ ਪੋਜ਼ਿਟਿਵ ਅਤੇ ਨੈਗੇਟਿਵ ਚਾਰਜ ਇੱਕ ਦੂਜੇ ਨੂੰ ਕੈਂਸਲ ਕਰ ਦਿੰਦੇ ਨੇ। ਪਰ ਇਸ ਮਾਡਲ ਦੀ ਜ਼ਿੰਦਗੀ ਬਹੁਤੀ ਲੰਬੀ ਨਹੀਂ ਸੀ। ਇਹ ਇੱਕ ਚੰਗੀ ਸ਼ੁਰੂਆਤ ਜ਼ਰੂਰ ਸੀ, ਪਰ ਇਹ ਇੱਕ ਨਵੇਂ ਅਤੇ ਕ੍ਰਾਂਤੀਕਾਰੀ ਤਜਰਬੇ ਦੇ ਨਤੀਜਿਆਂ ਨੂੰ ਬਿਲਕੁਲ ਨਹੀਂ ਸਮਝਾ ਸਕਿਆ। ਅਤੇ ਇੱਥੇ ਕਹਾਣੀ ਵਿੱਚ ਐਂਟਰੀ ਹੁੰਦੀ ਹੈ ਅਗਲੇ ਜਾਸੂਸ ਦੀ, ਅਰਨੈਸਟ ਰਦਰਫੋਰਡ। ਰਦਰਫੋਰਡ ਨੇ ਇੱਕ ਤਜਰਬਾ ਕੀਤਾ ਜੋ ਐਟਮ ਬਾਰੇ ਸਾਡੀ ਸਮਝ ਨੂੰ ਹਮੇਸ਼ਾ ਲਈ ਬਦਲਣ ਵਾਲਾ ਸੀ। ਸੱਚੀ, ਇਹ ਸਾਡੀ ਜਾਸੂਸੀ ਕਹਾਣੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਹੈਰਾਨੀਜਨਕ ਮੋੜ ਸੀ। ਉਹਨਾਂ ਨੇ ਕੀ ਕੀਤਾ? ਤੇਜ਼ ਰਫ਼ਤਾਰ ਅਲਫਾ ਕਣਾਂ ਦੀ ਬੌਛਾੜ ਸੋਨੇ ਦੀ ਇੱਕ ਬੇਹੱਦ ਪਤਲੀ ਪਰਤ ਤੇ ਕੀਤੀ। ਜੋ ਨਤੀਜੇ ਆਏ ਉਹ ਬਿਲਕੁਲ ਅਸਚਰਜ ਸਨ। ਪਹਿਲੀ ਗੱਲ, ਜ਼ਿਆਦਾਤਰ ਕਣ ਤਾਂ ਇੰਜ ਲੰਘ ਗਏ ਜਿਵੇਂ ਉੱਥੇ ਕੁਝ ਹੋਵੇ ਹੀ ਨਾ, ਬਿਨਾਂ ਕਿਸੇ ਚੀਜ਼ ਨਾਲ ਟਕਰਾਏ ਸਿੱਧੇ ਹੀ ਲੰਘ ਗਏ। ਇਸ ਦਾ ਇੱਕੋ ਹੀ ਮਤਲਬ ਹੋ ਸਕਦਾ ਸੀ ਕਿ ਐਟਮ ਦਾ ਜ਼ਿਆਦਾਤਰ ਹਿੱਸਾ ਤਾਂ ਬਿਲਕੁਲ ਖਾਲੀ ਹੈ। ਪਰ ਅਸਲੀ ਧਮਾਕਾ ਤਾਂ ਹੁਣ ਹੋਣਾ ਸੀ। ਹਰ 12,000 ਵਿੱਚੋਂ ਕੋਈ ਇੱਕ ਕਣ, ਸਿਰਫ ਇੱਕ, ਸਿੱਧਾ ਟਕਰਾ ਕੇ ਵਾਪਸ ਆ ਗਿਆ, ਜਿਵੇਂ ਕੋਈ ਗੇਂਦ ਕੰਧ ਨਾਲ ਵੱਜ ਕੇ ਮੁੜੀ ਹੋਵੇ। ਇਸ ਇੱਕ ਛੋਟੀ ਜੀ ਗੱਲ ਨੇ ਐਟਮ ਦੀ ਪੂਰੀ ਤਸਵੀਰ ਬਦਲ ਦਿੱਤੀ। ਇਸ ਤੋਂ ਪਤਾ ਲੱਗਾ ਕਿ ਐਟਮ ਦਾ ਸਾਰਾ ਭਾਰ ਤੇ ਸਾਰਾ ਪੋਜ਼ਿਟਿਵ ਚਾਰਜ ਇੱਕ ਬਹੁਤ ਹੀ ਛੋਟੀ ਅਤੇ ਠੋਸ ਜਗ੍ਹਾ ਤੇ ਇਕੱਠਾ ਹੈ। ਇਸ ਜਗ੍ਹਾ ਨੂੰ ਨਾਂ ਦਿੱਤਾ ਗਿਆ ਨਿਊਕਲੀਅਸ। ਰਦਰਫੋਰਡ ਨੇ ਖੁਦ ਇਸ ਹੈਰਾਨੀ ਨੂੰ ਬਿਆਨ ਕਰਦੇ ਹੋਏ ਕਿਹਾ ਸੀ ਕਿ ਇਸ ਤੇ ਯਕੀਨ ਕਰਨਾ ਬੇਹੱਦ ਔਖਾ ਸੀ। ਇਹ ਉਸੇ ਤਰ੍ਹਾਂ ਸੀ ਜਿਵੇਂ ਕੋਈ ਤੋਪ ਦਾ ਗੋਲਾ ਇੱਕ ਪਤਲੇ ਜਿਹੇ ਕਾਗਜ਼ ਨਾਲ ਟਕਰਾ ਕੇ ਵਾਪਸ ਆ ਜਾਵੇ। ਇਸ ਇੱਕ ਖੋਜ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਤਾਂ ਹੁਣ ਸਾਡੇ ਸਾਹਮਣੇ ਐਟਮ ਦੀ ਇੱਕ ਨਵੀਂ ਤਸਵੀਰ ਸੀ। ਵਿਚਕਾਰ ਇੱਕ ਛੋਟਾ ਜਿਹਾ ਭਾਰਾ ਨਿਊਕਲੀਅਸ ਅਤੇ ਉਸ ਦੇ ਚਾਰੇ ਪਾਸੇ ਇਲੈਕਟ੍ਰੌਨ ਘੁੰਮ ਰਹੇ ਨੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਸੂਰਜ ਦੁਆਲੇ ਗ੍ਰਹਿ ਘੁੰਮਦੇ ਹਨ। ਪਰ ਇਸ ਖੂਬਸੂਰਤ ਮਾਡਲ ਵਿੱਚ ਇੱਕ ਬਹੁਤ ਵੱਡੀ, ਬਹੁਤ ਹੀ ਖਤਰਨਾਕ ਕਮੀ ਸੀ। ਉਸ ਸਮੇਂ ਦੇ ਫਿਜ਼ਿਕਸ ਦੇ ਨਿਯਮ ਸਾਫ਼-ਸਾਫ਼ ਕਹਿੰਦੇ ਸਨ ਕਿ ਜੇ ਕੋਈ ਚਾਰਜ ਵਾਲਾ ਕਣ ਗੋਲ-ਗੋਲ ਘੁੰਮੇਗਾ ਤਾਂ ਉਹ ਲਗਾਤਾਰ ਊਰਜਾ ਛੱਡੇਗਾ। ਇਸ ਹਿਸਾਬ ਨਾਲ ਤਾਂ ਇਲੈਕਟ੍ਰੌਨ ਨੂੰ ਘੁੰਮਦੇ-ਘੁੰਮਦੇ ਆਪਣੀ ਸਾਰੀ ਊਰਜਾ ਗੁਆ ਕੇ ਸਿੱਧਾ ਨਿਊਕਲੀਅਸ ਵਿੱਚ ਡਿੱਗ ਜਾਣਾ ਚਾਹੀਦਾ ਸੀ। ਜੇ ਅਜਿਹਾ ਹੁੰਦਾ ਤਾਂ ਕੋਈ ਵੀ ਐਟਮ ਇੱਕ ਸੈਕਿੰਡ ਲਈ ਵੀ ਮੌਜੂਦ ਨਹੀਂ ਰਹਿ ਸਕਦਾ ਸੀ ਤੇ ਨਾ ਹੀ ਇਹ ਦੁਨੀਆ। ਪਰ ਅਜਿਹਾ ਤਾਂ ਨਹੀਂ ਹੁੰਦਾ। ਕਿਉਂ? ਇਸ ਗੁੱਥੀ ਨੂੰ ਸੁਲਝਾਉਣ ਅਤੇ ਐਟਮ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਸਟੇਜ ਤੇ ਆਏ ਨੀਲਸ ਬੋਹਰ। ਉਹਨਾਂ ਨੇ ਕਿਹਾ ਕਿ ਇਲੈਕਟ੍ਰੌਨ ਜਿੱਥੇ ਮਰਜ਼ੀ ਨਹੀਂ ਘੁੰਮ ਸਕਦੇ। ਉਹਨਾਂ ਲਈ ਕੁਝ ਖਾਸ ਫਿਕਸ ਰਸਤੇ ਜਾਂ ਕਹਿ ਲਓ ਸ਼ੈੱਲ ਬਣੇ ਹੋਏ ਨੇ। ਅਤੇ ਸਭ ਤੋਂ ਜ਼ਰੂਰੀ ਗੱਲ, ਜਦੋਂ ਤੱਕ ਕੋਈ ਇਲੈਕਟ੍ਰੌਨ ਆਪਣੇ ਖਾਸ ਸ਼ੈੱਲ ਵਿੱਚ ਹੈ, ਉਹ ਬਿਲਕੁਲ ਵੀ ਊਰਜਾ ਨਹੀਂ ਗਵਾਉਂਦਾ। ਬਸ ਇਸ ਇੱਕ ਵਿਚਾਰ ਨੇ ਐਟਮ ਨੂੰ ਟਹਿਣ ਤੋਂ ਬਚਾ ਲਿਆ। ਬੋਹਰ ਨੇ ਸਿਰਫ ਐਟਮ ਨੂੰ ਬਚਾਇਆ ਹੀ ਨਹੀਂ, ਉਹਨਾਂ ਨੇ ਤਾਂ ਪੂਰੀ ਕੈਮਿਸਟਰੀ ਦਾ ਰਾਜ਼ ਵੀ ਖੋਲ੍ਹ ਦਿੱਤਾ। ਪਤਾ ਲੱਗਾ ਕਿ ਇਨ੍ਹਾਂ ਸ਼ੈੱਲਾਂ ਵਿੱਚ ਇਲੈਕਟ੍ਰੌਨਾਂ ਦੀ ਗਿਣਤੀ ਹੀ ਇਹ ਤੈਅ ਕਰਦੀ ਹੈ ਕਿ ਕੋਈ ਐਟਮ ਦੂਜੇ ਐਟਮਾਂ ਨਾਲ ਕਿਵੇਂ ਪੇਸ਼ ਆਵੇਗਾ, ਕਿਵੇਂ ਜੁੜੇਗਾ। ਤਾਂ ਸਵਾਲ ਇਹ ਹੈ ਕਿ ਇਹ ਇਲੈਕਟ੍ਰੌਨ ਸ਼ੈੱਲਾਂ ਵਿੱਚ ਭਰਦੇ ਕਿਵੇਂ ਨੇ? ਇਸ ਦੇ ਲਈ ਇੱਕ ਬੜਾ ਸੌਖਾ ਜਿਹਾ ਨਿਯਮ ਹੈ 2n², ਜਿੱਥੇ n ਸ਼ੈੱਲ ਦਾ ਨੰਬਰ ਹੈ।
ਯਾਨੀ ਪਹਿਲੇ ਸ਼ੈੱਲ ਵਿੱਚ ਵੱਧ ਤੋਂ ਵੱਧ 2 ਇਲੈਕਟ੍ਰੌਨ ਆ ਸਕਦੇ ਨੇ, ਦੂਜੇ ਵਿੱਚ 8, ਤੀਜੇ ਵਿੱਚ 18 ਅਤੇ ਇਸੇ ਤਰ੍ਹਾਂ ਅੱਗੇ। ਆਓ ਇਸ ਟੇਬਲ ਤੇ ਇੱਕ ਨਜ਼ਰ ਮਾਰੀਏ। ਹਾਈਡਰੋਜਨ ਕੋਲ ਸਿਰਫ ਇੱਕ ਇਲੈਕਟ੍ਰੌਨ ਹੈ ਜੋ ਪਹਿਲੇ ਸ਼ੈੱਲ ਵਿੱਚ ਜਾਂਦਾ ਹੈ। ਕਾਰਬਨ ਕੋਲ 6 ਹਨ ਤਾਂ 2 ਪਹਿਲੇ ਸ਼ੈੱਲ ਵਿੱਚ ਅਤੇ ਬਾਕੀ ਬਚੇ 4 ਦੂਜੇ ਸ਼ੈੱਲ ਵਿੱਚ। ਹੁਣ ਨਿਓਨ ਨੂੰ ਦੇਖੋ, ਇਸ ਦੇ ਦੂਜੇ ਸ਼ੈੱਲ ਵਿੱਚ ਪੂਰੇ 8 ਇਲੈਕਟ੍ਰੌਨ ਹਨ, ਜਿਸ ਨਾਲ ਇਹ ਬਹੁਤ ਸਥਿਰ ਹੋ ਜਾਂਦਾ ਹੈ, ਯਾਨੀ ਇਸ ਨੂੰ ਕਿਸੇ ਨਾਲ ਕਿਰਿਆ ਕਰਨ ਦੀ ਕੋਈ ਲੋੜ ਨਹੀਂ। ਸਾਰੀ ਖੇਡ ਸਭ ਤੋਂ ਬਾਹਰੀ ਸ਼ੈੱਲ ਦੀ ਹੀ ਹੈ। ਇਸੇ ਨੂੰ ਕਹਿੰਦੇ ਹਨ ਸੰਯੋਜਕਤਾ, ਯਾਨੀ ਇੱਕ ਐਟਮ ਦੀ ਦੂਜਿਆਂ ਨਾਲ ਜੁੜਨ ਦੀ ਸਮਰੱਥਾ। ਹਰ ਐਟਮ ਦਾ ਟੀਚਾ ਬਿਲਕੁਲ ਸਿੱਧਾ ਹੈ, ਆਪਣੇ ਸਭ ਤੋਂ ਬਾਹਰੀ ਸ਼ੈੱਲ ਨੂੰ ਪੂਰਾ ਕਰਕੇ ਸਥਿਰ ਹੋਣਾ। ਇਹੀ ਹੈ ਕੈਮਿਸਟਰੀ ਦੀ ਬੁਨਿਆਦ, ਜਿਸ ਕਰਕੇ ਦਵਾਈਆਂ ਬਣਦੀਆਂ ਹਨ, ਨਵੇਂ-ਨਵੇਂ ਮਟੀਰੀਅਲ ਬਣਦੇ ਹਨ ਅਤੇ ਸਾਡੇ ਆਲੇ-ਦੁਆਲੇ ਹਰ ਰਸਾਇਣਿਕ ਕਿਰਿਆ ਹੁੰਦੀ ਹੈ। ਪਰ ਕਹਾਣੀ ਇੱਥੇ ਵੀ ਖਤਮ ਨਹੀਂ ਹੁੰਦੀ। ਬਾਅਦ ਵਿੱਚ ਪਤਾ ਲੱਗਾ ਕਿ ਇੱਕ ਤੱਤ ਦੇ ਸਾਰੇ ਐਟਮ ਵੀ ਇੱਕੋ ਜਿਹੇ ਨਹੀਂ ਹੁੰਦੇ। ਉਹਨਾਂ ਵਿੱਚ ਵੀ ਥੋੜਾ ਬਹੁਤ ਫਰਕ ਹੋ ਸਕਦਾ ਹੈ। ਆਓ ਦੇਖੀਏ ਕਿ ਇਹ ਫਰਕ ਕੀ ਹਨ ਅਤੇ ਇਹ ਸਾਡੇ ਲਈ ਕਿੰਨੇ ਜ਼ਰੂਰੀ ਹਨ। ਇਸ ਨੂੰ ਸਮਝਣ ਦਾ ਇੱਕ ਬਹੁਤ ਸੌਖਾ ਤਰੀਕਾ ਹੈ। ਆਈਸੋਟੋਪ ਸਮਝੋ ਇੱਕੋ ਪਰਿਵਾਰ ਦੇ ਭੈਣ-ਭਰਾ ਨੇ ਜਿਨ੍ਹਾਂ ਦਾ ਵਜ਼ਨ ਵੱਖ-ਵੱਖ ਹੈ, ਜਿਵੇਂ ਹਾਈਡਰੋਜਨ ਦੇ 3 ਰੂਪ, ਜਦਕਿ ਆਈਸੋਬਾਰ ਇਹ ਵੱਖ-ਵੱਖ ਪਰਿਵਾਰਾਂ ਦੇ ਮੈਂਬਰ ਨੇ, ਜਿਵੇਂ ਆਰਗਨ ਅਤੇ ਕੈਲਸ਼ੀਅਮ, ਪਰ ਉਹਨਾਂ ਦਾ ਵਜ਼ਨ ਬਿਲਕੁਲ ਇੱਕੋ ਜਿਹਾ ਹੈ। ਅਤੇ ਇਹ ਸਿਰਫ ਕਿਤਾਬੀ ਗੱਲਾਂ ਨਹੀਂ ਹਨ, ਇਸ ਦਾ ਸਾਡੀ ਜ਼ਿੰਦਗੀ ਤੇ ਸਿੱਧਾ ਅਸਰ ਪੈਂਦਾ ਹੈ। ਯੂਰੇਨੀਅਮ ਦਾ ਇੱਕ ਆਈਸੋਟੋਪ ਸਾਡੇ ਘਰਾਂ ਨੂੰ ਰੋਸ਼ਨ ਕਰਨ ਲਈ ਬਿਜਲੀ ਬਣਾਉਂਦਾ ਹੈ। ਕੋਬਾਲਟ ਦਾ ਇੱਕ ਰੂਪ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਇਲਾਜ ਵਿੱਚ ਮਦਦ ਕਰਦਾ ਹੈ। ਅਤੇ ਕਾਰਬਨ 14 ਤਾਂ ਇੱਕ ਟਾਈਮ ਮਸ਼ੀਨ ਵਾਂਗ ਕੰਮ ਕਰਦਾ ਹੈ, ਸਾਨੂੰ ਹਜ਼ਾਰਾਂ ਸਾਲ ਪੁਰਾਣੇ ਰਾਜ਼ ਦੱਸ ਕੇ ਇਤਿਹਾਸ ਦੇ ਪੰਨੇ ਖੋਲ੍ਹਦਾ ਹੈ। ਤਾਂ ਇੱਕ ਠੋਸ ਗੇਂਦ ਦੀ ਸੋਚ ਤੋਂ ਲੈ ਕੇ ਇੱਕ ਮਿਨੀਏਚਰ ਸੂਰਜੀ ਸਿਸਟਮ ਤੱਕ ਤੇ ਫਿਰ ਇੱਕ ਅਜਿਹੀ ਅਜੀਬ ਹਕੀਕਤ ਤੱਕ ਜੋ ਲਗਭਗ ਪੂਰੀ ਦੀ ਪੂਰੀ ਖਾਲੀ ਹੈ, ਐਟਮ ਬਾਰੇ ਸਾਡੀ ਸਮਝ ਦਾ ਸਫ਼ਰ ਬਹੁਤ ਲੰਬਾ ਅਤੇ ਹੈਰਾਨੀਜਨਕ ਰਿਹਾ ਹੈ। ਅਤੇ ਇਹ ਸਫ਼ਰ ਸਾਨੂੰ ਵਾਪਸ ਸਾਡੇ ਪਹਿਲੇ ਸਵਾਲ ਤੇ ਲਿਆ ਕੇ ਛੱਡਦਾ ਹੈ। ਜੇ ਹਰ ਚੀਜ਼, ਤੁਹਾਡਾ ਫੋਨ, ਤੁਹਾਡੀ ਕੁਰਸੀ, ਸਭ ਕੁਝ ਲਗਭਗ ਪੂਰੀ ਤਰ੍ਹਾਂ ਖਾਲੀ ਹੈ, ਤਾਂ ਫਿਰ ਠੋਸ ਹੋਣ ਦਾ ਅਹਿਸਾਸ ਕੀ ਸਿਰਫ ਇੱਕ ਭੁਲੇਖਾ ਹੈ? ਇਸ ਬਾਰੇ ਸੋਚਣਾ ਜ਼ਰੂਰ।